हाँ जी, सत श्री अकाल जी। मैं पूजा भाटिया अज अगों वीडियो लैके आई हाँ। ਆਪਾਂ ਆਲਰੇਡੀ ਬੁੱਕ ਕਰ ਰਹੇ ਸੀ ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ ਬਲਬੀਰ ਸਿੰਘ ਪੂਰਨੀ ਜੀ ਦੀ। ਹੁਣ ਅੱਗੋਂ ਇਸ ਦਾ ਪਾਰਟ ਮੈਂ ਸਟਾਰਟ ਕਰ ਰਹੀ ਹਾਂ। ਪਿਛਲੀ ਵੀਡੀਓ 'ਚ ਅਸੀਂ ਕੀਤੇ ਹੋਏ ਸੀਗੇ ਖੁੱਲੇ ਕਾਵਿ ਰੂਪ, ਅੱਜ ਅਸੀਂ ਕਰ ਰਹੇ ਹਾਂ ਬਜਵੇਂ ਕਾਵਿ ਰੂਪ। ਸਭ ਤੋਂ ਪਹਿਲੇ ਬਜਵੇਂ ਕਾਵਿ ਰੂਪ ਕੀ ਹੁੰਦਾ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹੋਈ ਹਾਂ। ਉਹ ਕਾਵਿ ਰੂਪ ਜਿਸ ਦਾ ਵਿਸ਼ਾ ਜੋ ਹੈ ਨਹੀਂ ਬਦਲਿਆ ਜਾ ਸਕਦਾ, ਜਿਸ ਦੀਆਂ ਤੁਕਾਂ ਵਿੱਚ ਬਦਲਾਵ ਨਹੀਂ ਆ ਸਕਦਾ, ਕਿਉਂਕਿ ਜਿਹੜਾ ਬਜਵਾਂ ਕਾਵਿ ਰੂਪ ਹੁੰਦਾ ਹੈ ਇਹ ਇੱਕ ਖਾਸ ਮੌਕਿਆਂ ਤੇ ਬੋਲਿਆ ਜਾਂਦਾ ਹੈ, ਵਿਆਹ ਸ਼ਾਦੀ ਦੇ ਮੌਕਿਆਂ ਤੇ ਬੋਲਿਆ ਜਾਂਦਾ ਹੈ। ਜਿਹੜਾ ਖੁੱਲਾ ਕਾਵਿ ਰੂਪ ਹੁੰਦਾ ਉਹ ਵਿਅਕਤੀਗਤ ਕਾਵਿ ਰੂਪ ਹੁੰਦਾ। ਵਿਅਕਤੀਗਤ ਕੀ, ਜਿਵੇਂ ਹੁਣ ਟੱਪਾ ਹੈ ਖੁੱਲੇ ਕਾਵਿ ਰੂਪ ਚ ਆਉਂਦੇ, ਮੈਂ ਤੁਰਦੇ ਫਿਰਦੇ ਟੱਪਾ ਬੋਲ ਦਿੰਦੇ ਹਾਂ, ਆਪਾਂ ਤੁਰਦੇ ਫਿਰਦੇ ਸਿੱਠਣੀ ਬੋਲ ਦਿੰਦੇ ਹਾਂ, ਤੁਰਦੇ ਫਿਰਦੇ ਬੋਲੀ ਬੋਲ ਦਿੰਦੇ ਹਾਂ। ਆਪਣਾ ਮਨ ਪਰਚਾਵਾ ਜਦੋਂ ਪਰਸਨਲੀ ਕਰਦੇ ਹਾਂ, ਜਿਵੇਂ ਅਸੀਂ ਵਰਡ ਇੰਡੀਵਿਜੂਅਲ ਇੰਗਲਿਸ਼ 'ਚ ਯੂਜ਼ ਕਰਦੇ ਹਾਂ, ਠੀਕ ਹੈ। ਵਿਅਕਤੀਗਤ ਇੰਡੀਵਿਜੂਅਲ ਵਿਅਕਤੀਗਤ ਜਿਹੜਾ ਯੂਜ਼ ਹੈ, ਵਿਅਕਤੀਗਤ ਜਦੋਂ ਅਸੀਂ ਆਪਣਾ ਐਂਟਰਟੇਨਮੈਂਟ ਕਰਦੇ ਹਾਂ, ਵਿਅਕਤੀਗਤ ਜਦੋਂ ਆਪਣਾ ਅਸੀਂ ਮਨੋਰੰਜਨ ਕਰਦੇ ਹਾਂ, ਉਸ ਸਮੇਂ ਜਿਹੜਾ ਕਾਵਿ ਰੂਪ ਵਰਤਿਆ ਜਾਂਦਾ ਹੈ ਉਹ ਹੈ ਖੁੱਲੇ ਕਾਵਿ ਰੂਪ। ਤੇ ਬਜਵੇਂ ਕਾਵਿ ਰੂਪ ਜਦੋਂ ਕੋਈ ਖਾਸ ਮੌਕਾ ਹੁੰਦਾ। ਹੁਣ ਇੱਥੇ ਜਿਹੜੇ ਡਾਕਟਰ ਆਪਣੇ ਬਲਬੀਰ ਸਿੰਘ ਪੂਨੀ ਜੀ ਹੈ ਉਹ ਗੱਲ ਕਰਦੇ ਹੈ, ਕਹਿੰਦੇ ਇਹ ਜਿਹੜਾ ਕਾਵਿ ਰੂਪ ਹੈਗਾ ਖੁੱਲੇ ਕਾਵਿ ਰੂਪ ਦਾ ਉਚਾਰਨ ਵਿਅਕਤੀਗਤ ਹੁੰਦਾ ਹੈ ਅਤੇ ਬਜਵੇਂ ਕਾਵਿ ਰੂਪ ਦਾ ਉਚਾਰਨ ਜਿਹੜਾ ਹੁੰਦਾ ਸਮੂਹਿਕ ਹੁੰਦਾ ਹੈ। ਦੂਜੇ ਪਾਸੇ ਉਹ ਕਹਿੰਦੇ ਆ ਇਹ ਕਾਵਿ ਰੂਪ ਲਮੇਰੀ ਅਤੇ ਧੀਮੀ ਹੇਕ ਵਿੱਚ ਉਚਾਰੇ ਜਾਂਦੇ ਆ। ਮਤਲਬ ਕਿ ਲਮੇਰੀ ਰਚਨਾ ਹੁੰਦੀ ਹੈ ਜ਼ਿਆਦਾਤਰ, ਉਹ ਧੀਮੀ ਹੇਕ ਵਿੱਚ ਹੁੰਦੀ ਹੈ। ਬੰਦ ਰੂਪਾਂ ਦੀ ਸ਼੍ਰੇਣੀ ਦੇ ਕਾਵਿ ਰੂਪਾਂ ਵਿੱਚ ਥੀਮ ਦਾ ਇਕਹਿਰਾਪਨ, ਨਿਰੰਤਰ ਭਾਵ ਦੀ ਇਕਾਗਰਤਾ ਹੁੰਦੀ ਹੈ। ਥੀਮ ਦਾ ਇਕਹਿਰਾਪਨ। ਹੁਣ ਇੱਥੇ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂਗੀ, ਐਕਚੁਅਲੀ ਦੋ ਜਾਣੇ ਜਿਨ੍ਹਾਂ ਨੇ ਕਮੈਂਟ ਕੀਤਾ ਕਿ ਮੈਮ ਤੁਸੀਂ ਇੰਗਲਿਸ਼ ਦੇ ਸ਼ਬਦ ਜਿਹੜੇ ਆ ਯੂਜ਼ ਕਰ ਦਿਓ, ਔਰ ਮੈਂ ਉਹਨਾਂ ਨੂੰ ਅੱਗੋਂ ਇਹ ਚੀਜ਼ ਇਸ ਗੱਲ ਦਾ ਰਿਪਲਾਈ ਕਰਾਂਗੀ ਕਿ ਤੁਸੀਂ ਦਿਨ ਵਿੱਚ ਬਹੁਤ ਹੀ ਪੰਜਾਬੀ ਹੋ ਤਾਂ ਇੱਕ ਪੈਰਾ ਜੋ ਬੋਲੋਗੇ ਨਾ ਉਹ ਲਿਖ ਕੇ ਦੇਖਿਓ, ਤੇ ਉਹਦੇ ਵਿੱਚ ਤੁਸੀਂ ਜੇ ਇੰਗਲਿਸ਼ ਨੂੰ ਨਿਗਲੈਕਟ ਕਰਦੇ ਹੋ, ਇੰਗਲਿਸ਼ ਨੂੰ ਇਗਨੋਰ ਕਰਦੇ ਹੋ, ਕਰ ਦਿਓ, ਪਰ ਉਹ ਇੱਕ ਪੈਰੇ ਵਿੱਚ ਵੀ ਪਿਓਰ ਪੰਜਾਬੀ ਦੇ ਸ਼ਬਦ ਨਹੀਂ ਹੋਣਗੇ, ਕਿਉਂਕਿ ਜਿਹੜੀ ਸਾਡੀ ਪੰਜਾਬੀ ਭਾਸ਼ਾ ਹੈ ਉਸ ਵਿੱਚ ਦੂਜੀਆਂ ਭਾਸ਼ਾਵਾਂ ਦਾ ਰਲੇਵਾਂ ਹੈ, ਮਿਕਸਚਰ ਹੈ। ਕਿਉਂਕਿ ਜਿਹੜੀ ਪੰਜਾਬੀ ਭਾਸ਼ਾ ਹੈ ਉਸ ਦਾ ਹਾਜ਼ਮਾ ਅਸੀਂ ਬਹੁਤ ਦਰੁਸਤ ਕਹਿੰਦੇ ਹਾਂ, ਡਾਈਜੈਸਟਿਵ ਸਿਸਟਮ ਬਹੁਤ ਸਟਰੋਂਗ ਹੈ। ਕਿਉਂ ਹੈਗਾ? ਕਿਉਂਕਿ ਪੰਜਾਬ ਜਿਹੜਾ ਏ ਹਮਲਿਆਂ ਇੱਥੇ ਇੰਨੇ ਹਮਲੇ ਹੋਏ ਨੇ, ਇੱਥੇ ਤੁਰਕ ਆਏ ਨੇ, ਈਰਾਨੀ ਆਏ ਨੇ, ਯੂਨਾਨੀ ਆਏ ਨੇ। ਜਿਹੜਾ ਖੈਬਰ ਦਰਾ ਸੀ ਉੱਥੋਂ ਦੀ ਬਹੁਤ ਲੋਕ ਹਮਲਾਵਰ ਪੰਜਾਬ 'ਚ ਆਏ ਨੇ। ਪੰਜਾਬੀ ਦੇ ਲਿਟਰੇਚਰ ਤੇ ਉਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ। ਜਿਸ ਟਾਈਮ ਉਹ ਆਉਂਦੇ ਸੀ ਉਹਨਾਂ ਉਦੋਂ ਇੰਨਾ ਪੰਜਾਬੀ ਲਿਟਰੇਚਰ ਨਹੀਂ ਸੀ ਹੁੰਦਾ। ਸਾਡੇ ਜਿਹੜੇ ਪਹਿਰਾਵਾ ਏ, ਸਾਡੇ ਪਹਿਰਾਵੇ ਵਿੱਚ ਬਾਹਰਲਿਆਂ ਦਾ ਇੰਨਾ ਪ੍ਰਭਾਵ ਹੈ, ਸਾਡੇ ਖਾਣ ਪੀਣ ਵਿੱਚ ਬਾਹਰਲਿਆਂ ਦਾ ਪ੍ਰਭਾਵ ਹੈ, ਸਾਡੀ ਰੋਟੀ ਵਿੱਚ ਬਾਹਰਲਿਆਂ ਦਾ ਪ੍ਰਭਾਵ ਹੈ। ਅਸੀਂ ਇੱਥੋਂ ਤੱਕ ਕਿ ਪਰਫਿਊਮ ਯੂਜ਼ ਕਰਦੇ ਹਾਂ, ਉਹ ਵੀ ਇਸਲਾਮ ਦੀ ਦੇਣ ਹੈ। ਮਹਿੰਦੀ ਸਾਡੇ ਰਸਮਾਂ ਦਾ ਇੱਕ ਹਿੱਸਾ ਹੈ। ਸਾਡੇ ਵਿਆਹ ਵਿੱਚ ਮਹਿੰਦੀ ਤੋਂ ਬਿਨਾਂ ਕੰਮ ਨਹੀਂ ਹੁੰਦਾ। ਕਰਵਾ ਚੌਥ ਦਾ ਵਰਤ ਰੱਖਦੇ ਆ, ਮਹਿੰਦੀ ਤੋਂ ਬਿਨਾਂ ਕੰਮ ਨਹੀਂ ਹੁੰਦਾ। ਮਹਿੰਦੀ ਇਸਲਾਮ ਦੀ ਦੇਣ ਹੈ। ਸਾਡੀ ਭਾਸ਼ਾ ਵਿੱਚ ਬਹੁਤ ਸਾਰੇ ਸ਼ਬਦ ਹੈ, ਤੁਹਾਨੂੰ ਖੁਦ ਨੂੰ ਨਹੀਂ ਪਤਾ ਚੱਲੇਗਾ ਕਿ ਤੁਸੀਂ ਉਰਦੂ ਦਾ ਸ਼ਬਦ ਕਿਹੜਾ ਬੋਲ ਰਹੇ ਹੋ, ਸਕੂਲ ਬੋਲਦੇ ਹੋ ਰੋਜ਼, ਠੀਕ ਹੈ। ਹੁਣ ਉਹ ਪਰਸਨ ਮੈਨੂੰ ਕਹਿ ਰਹੇ ਕਿ ਮੈਂ ਅਕਾਲ ਯੂਨੀਵਰਸਿਟੀ ਸ਼ਬਦ ਬੋਲ ਰਹੇ ਹੋ, ਉਹ ਇੰਗਲਿਸ਼ ਦਾ ਹੈ, ਸਕੂਲ ਸ਼ਬਦ ਇੰਗਲਿਸ਼ ਦਾ ਹੈ। ਕਿੱਥੋਂ ਕਿੱਥੋਂ ਤੁਸੀਂ ਭੱਜੋਗੇ? ਦੂਸਰੇ ਨੂੰ ਤੁਸੀਂ ਨੋਟ ਕਰ ਰਹੇ ਹੋ, ਜਦ ਕਿ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਸਭ ਤੋਂ ਵਧੀਆ ਤੇ ਮਿੱਠੀ ਬੋਲੀ ਹੈ। ਕਿਉਂ? ਕਿਉਂਕਿ ਉਹਦਾ ਡਾਈਜੈਸਟਿਵ ਸਿਸਟਮ ਸਟਰੋਂਗ ਹੈ, ਉਹ ਆਪਣੇ ਅਕੋਰਡਿੰਗ ਬਹੁਤ ਕੁਝ ਆਪਣੇ ਅੰਦਰ ਸਮਾ ਲੈਂਦੀ ਹੈ ਪੰਜਾਬੀ ਭਾਸ਼ਾ। ਹੁਣ ਇੱਥੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਬਲਬੀਰ ਸਿੰਘ ਪੂਨੀ ਜੀ ਦੀ ਬੁੱਕ ਮੈਂ ਪਕੜੀ ਹੋਈ ਹੈ। ਬੁੱਕ ਦਾ ਨਾਮ ਹੈ ਲੋਕਧਾਰਾ ਤੇ ਪੰਜਾਬੀ ਸੱਭਿਆਚਾਰ। ਮੈਂ ਇੱਥੋਂ ਡੇਟ ਦੇਖਣ ਲੱਗਿਆ, ਇਹ ਕਦੋਂ ਪ੍ਰਕਾਸ਼ਿਤ ਹੋਈ ਹੈ। ਜਿਹੜੀ ਮੇਰੇ ਹੱਥ 'ਚ ਬੁੱਕ ਹੈ 1992 ਵਿੱਚ ਇਹ ਪ੍ਰਕਾਸ਼ਿਤ ਹੋ ਰਹੀ ਹੈ, ਠੀਕ ਹੈ। ਹੁਣ ਇੱਥੇ ਉਹ ਸ਼ਬਦ ਕੀ ਵਰਤ ਰਹੇ ਨੇ? ਬੰਦ ਰੂਪਾਂ ਦੀ ਸ਼੍ਰੇਣੀ ਦੇ ਕਾਵਿ ਰੂਪ ਵਿੱਚ ਥੀਮ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ, ਠੀਕ ਹੈ। ਵਿਸ਼ਾ ਵੀ ਆ ਸਕਦਾ ਸੀ, ਪਲਾਂਟ ਵੀ ਆ ਸਕਦਾ ਸੀ, ਗੋਂਦ ਵੀ ਆ ਸਕਦਾ, ਪਰ ਉਹ ਥੀਮ ਵਰਤ ਰਹੇ ਹੈ। ਕਲੀਅਰ? ਮੈਂ ਇਹ ਨਹੀਂ ਕਹਿੰਦੀ ਕਿ ਪੰਜਾਬੀ ਭਾਸ਼ਾ ਬਹੁਤ ਵਧੀਆ ਭਾਸ਼ਾ ਹੈ, ਪਰ ਜੇ ਤੁਸੀਂ ਇਹ ਚੀਜ਼ਾਂ ਸੋਚ ਕੇ ਬੈਠੋ ਕਿ ਹਾਂਜੀ ਵੀ ਤੁਸੀਂ ਇੰਗਲਿਸ਼ ਦਾ ਸ਼ਬਦ ਯੂਜ਼ ਕਰ ਲਿਆ, ਤੁਸੀਂ ਅਰਬੀ ਦਾ ਸ਼ਬਦ ਯੂਜ਼ ਕਰ ਲਿਆ, ਤੁਸੀਂ ਉਰਦੂ ਦਾ ਕਰ ਲਿਆ, ਤੁਸੀਂ ਬ੍ਰਜ ਭਾਸ਼ਾ ਦਾ ਕਰ ਲਿਆ, ਪੰਜਾਬੀ ਭਾਸ਼ਾ ਦੀ ਅਮੀਰੀ ਹੀ ਇਸ ਵਿੱਚ ਹੈ। ਦੂਜੀਆਂ ਭਾਸ਼ਾਵਾਂ ਦੀ ਇੱਜ਼ਤ ਕਰੋ, ਠੀਕ ਹੈ, ਪੰਜਾਬੀ ਭਾਸ਼ਾ ਨੂੰ ਅਪਣਾਓ, ਇਹ ਚੀਜ਼ ਹੈ। ਦੂਜੀਆਂ ਪੰਜਾਬੀ ਭਾਸ਼ਾ ਅਪਣਾ ਕੇ ਦੂਜਿਆਂ ਦੀ ਬੁਰਾਈ ਨਾ ਕਰੋ, ਠੀਕ ਹੈ। ਮੈਂ ਖੁਦ ਇਹ ਚੀਜ਼ ਕਹਿੰਦੀ ਹਾਂ ਕਿ ਸਿਰਫ ਆਪਣੇ ਆਪ ਨੂੰ ਜੇ ਤੁਸੀਂ ਚੈੱਕ ਕਰਨਾ ਹੈ, ਜੋ ਵੀ ਤੁਸੀਂ ਬੋਲਿਆ ਇੱਕ ਪੈਰਾ ਲਿਖ ਲਓ, ਉਹਦੇ 'ਚ ਇੱਕ ਇੱਕ ਸ਼ਬਦ ਦੇਖਿਓ ਕਿਹੜੀ ਕਿਹੜੀ ਭਾਸ਼ਾ ਦਾ ਉਹ ਸ਼ਬਦ ਨਿਕਲਦਾ ਹੈ। ਜੇ ਤੁਸੀਂ ਇੰਗਲਿਸ਼ ਨਿਗਲੈਕਟ ਕਰ ਲਓ, ਅੱਜ ਕੱਲ੍ਹ ਨਾ ਬਹੁਤ ਸਾਰੇ ਲੋਕੀ ਖੜੇ ਹੋ ਗਏ ਨੇ ਕਿ ਹਾਂਜੀ ਵੀ ਇੰਗਲਿਸ਼ ਭਾਸ਼ਾ ਯੂਜ਼ ਕਰਦੇ ਆ, ਪੰਜਾਬੀ ਨਾਲ ਇਹ ਕਰ ਰਹੇ ਹੋ, ਪੰਜਾਬੀ ਦੀ ਖਰਾਬੀ ਕਰ ਰਹੇ ਹੋ।
ਪੰਜਾਬ ਵਿੱਚ ਪੰਜਾਬੀ ਰਹੇ ਕਿੱਥੋਂ ਹੈ? ਸਾਰੇ ਪੰਜਾਬੀ ਤਾਂ ਫੋਰਨ ਚਲੇ ਗਏ ਨੇ। ਉਹਨਾਂ ਨਾਲ ਗੱਲਾਂ ਬਾਤਾਂ ਕਰ ਕਰਕੇ ਹਰ ਕਿਸੇ ਦੀ ਜਿਹੜੀ ਭਾਸ਼ਾ ਵਿੱਚ ਇੰਗਲਿਸ਼ ਦਾ ਰਲਗੱਡ ਆ ਗਿਆ ਹੈ। ਹੁਣ ਤੁਹਾਨੂੰ ਰਲਗੱਡ ਸ਼ਬਦ ਦਾ ਬਹੁਤ ਜਾਣਿਆਂ ਨੂੰ ਮੀਨਿੰਗ ਨਹੀਂ ਪਤਾ ਹੋਏਗਾ ਕਿ ਰਲਗੱਡ ਕੀ ਹੁੰਦਾ ਹੈ। ਮੈਂ ਪਿਓਰ ਪੰਜਾਬੀ ਬੋਲ ਸਕਦੀ ਹਾਂ ਖੁਦ। ਇਹਦੇ ਨਾਲ ਕੀ ਹੋਏਗਾ, ਤੁਹਾਨੂੰ ਸਮਝਣ ਵਿੱਚ ਔਖੀ ਹੋਏਗੀ, ਕਿਉਂਕਿ ਜਦੋਂ ਅਸੀਂ ਕੋਈ ਚੀਜ਼ ਸਮਝ ਨਹੀਂ ਹੁੰਦੀ ਹੈ ਤਾਂ ਉਹ ਸਮਝਣ ਦੇ ਲਈ ਸਾਨੂੰ ਉਹੋ ਜਿਹੇ ਸ਼ਬਦਾਂ ਦੀ ਵਰਤੋਂ ਕਰਨੀ ਪੈਂਦੀ ਹੈ ਜਿਹੜੇ ਸਾਡੇ ਰੈਗੂਲਰ ਹੁੰਦੇ ਆ, ਕਿਉਂਕਿ ਸਾਡਾ ਥਿੰਕਿੰਗ ਪ੍ਰੋਸੈਸ, ਜਿਹੜੀ ਸਾਡੀ ਸੋਚ ਹੈ, ਸਮਝ ਹੈ, ਉਹ ਆਮ ਭਾਸ਼ਾ ਦੇ ਵਿੱਚ ਹੀ ਅੱਗੇ ਵੱਧ ਰਹੀ ਹੈ। ਠੀਕ ਹੈ, ਚਲੋ ਹੁਣ ਆਪਾਂ ਅੱਗੇ ਸ਼ੁਰੂ ਕਰਦੇ ਹਾਂ। ਕਾਵਿ ਰੂਪ ਵਿੱਚ ਥੀਮ ਦਾ ਇਕਾਰਾਪਨ। ਥੀਮ ਜਿਹੜਾ ਉਸਦਾ ਵਿਸ਼ਾ ਹੈ, ਉਹ ਵਿਸ਼ਾ ਐਜ਼ ਇਟ ਇਜ਼ ਯੂਜ਼ ਹੋਏਗਾ, ਉਹ ਵਿਸ਼ੇ ਵਿੱਚ ਕੋਈ ਬਦਲਾਵ ਨਹੀਂ ਆਏਗਾ। ਸਭ ਤੋਂ ਪਹਿਲਾਂ ਹੁਣ ਜਿਹੜੇ 52ਵੇਂ ਕਾਵਿ ਰੂਪ ਨੇ ਉਹ ਕਿਹੜੇ ਕਿਹੜੇ ਆ? ਹੋਪ ਸੋ ਤੁਹਾਨੂੰ 52ਵੇਂ ਕਾਵਿ ਰੂਪ ਕੀ ਹਨ ਉਹ ਪਤਾ ਚੱਲ ਗਏ ਹੋਣਗੇ। ਘੋੜੀਆਂ, ਸੁਹਾਗ, ਦੋਹੜਾ, ਵਾਰ, ਲੋਕ ਗਾਥਾ, 12 ਮਾਹਾਂ ਤੇ ਥਿਤੀ। ਇਹਨਾਂ ਤੋਂ ਇਲਾਵਾ ਹੋਰ ਵੀ ਨੇ, ਪਰ ਚਲੋ ਸਭ ਤੋਂ ਪਹਿਲੇ ਅਸੀਂ ਘੋੜੀਆਂ ਡਿਸਕਸ ਕਰ ਲੈਂਦੇ ਹਾਂ। ਘੋੜੀਆਂ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਨਹੀਂ ਪਤਾ ਹੋਏਗਾ। ਘੋੜੀਆਂ ਸਭ ਨੂੰ ਹੀ ਪਤਾ ਕੀ ਹੁੰਦੀਆਂ। ਜਦੋਂ ਵੀ ਘਰ 'ਚ ਮੁੰਡੇ ਦਾ ਵਿਆਹ ਹੁੰਦਾ ਹੈ, ਹਾਂ ਅੱਜ ਕੱਲ੍ਹ ਦਾ ਮੈਂ ਵੀ ਚੀਜ਼ ਤੁਹਾਨੂੰ ਦੱਸ ਦਿੰਦੀ ਹਾਂ, ਸਾਡੀ ਖੁਦ ਦੀ ਬਹੁਤ ਬੇਇੱਜ਼ਤੀ ਵਾਲੀ ਗੱਲ ਹੈ ਸਾਡੇ ਸਾਰਿਆਂ ਦੇ ਲਈ। ਜਦੋਂ ਸਾਡੇ ਘਰ ਵਿਆਹ ਹੁੰਦਾ ਹੈ, ਅਸੀਂ ਸ਼ਗਨ ਕਰਨਾ ਹੁੰਦਾ ਹੈ, ਔਰ ਕੀ ਹੁੰਦਾ ਹੈ ਕਿ ਘੋੜੀਆਂ ਗਾਣੀਆਂ, ਤੇ ਕੀ ਕਹਿ ਦਿੰਦੇ ਨਹੀਂ ਜੀ ਸਾਡਾ ਸ਼ਗਨ ਹੈ 5 ਘੋੜੀਆਂ ਗਾ ਲਓ ਢੋਲਕੀ, ਤੇ ਬਾਅਦ 'ਚ ਤੁਸੀਂ ਡੀਜ਼ੇ ਚਲਾ ਲਿਓ। ਲੇਡੀ ਸੰਗੀਤ ਜਿਹੜਾ ਉਹ ਖਤਮ ਹੀ ਹੋ ਗਿਆ ਕਿ ਲੇਡੀ ਸੰਗੀਤ ਹੁੰਦਾ ਕੀ ਹੈ। ਹੁਣ ਲੇਡੀ ਸੰਗੀਤ ਦੀ ਪੰਜਾਬੀ ਮੈਨੂੰ ਦੱਸਿਓ ਕੀ ਹੈ, ਕਮੈਂਟ ਵਿੱਚ ਜ਼ਰੂਰ ਦੱਸਣਾ ਲੇਡੀ ਸੰਗੀਤ ਦੀ ਪੰਜਾਬੀ ਕੀ ਹੈ। ਠੀਕ ਹੈ, ਹੁਣ ਇਹ 'ਚ ਘੋੜੀਆਂ ਆ ਗਈਆਂ, ਅਸੀਂ ਕੀ ਕਰਦੇ ਹਾਂ 5 ਘੋੜੀਆਂ ਬੋਲਦੇ ਹਾਂ। ਹੁਣ ਉਹ 5 ਘੋੜੀਆਂ ਸਾਨੂੰ ਆਉਂਦੀਆਂ ਵੀ ਨਹੀਂ ਹੈ, ਬਹੁਤ ਸਾਰੇ ਹੋਣਗੇ। ਹਾਂ ਇੱਕ ਅੱਧੇ ਨੂੰ ਜੇ ਆਂਦੀ ਹੋਏਗੀ ਉਹ ਕਹੇਗਾ ਮੈਨੂੰ ਆਂਦੀ ਹੈ, ਠੀਕ ਹੈ, ਬਹੁਤ ਪ੍ਰਾਊਡ ਵਾਲੀ ਗੱਲ ਹੈ ਤੁਹਾਨੂੰ ਆਂਦੀ ਹੈ। ਬਟ ਮੈਂ ਸੀਰੀਅਸਲੀ ਕਹਿੰਦੀ ਹਾਂ ਬਹੁਤ ਸਾਰੇ ਪੰਜਾਬੀ ਹੋਣਗੇ ਜਿਨ੍ਹਾਂ ਨੂੰ ਘੋੜੀਆਂ ਨਹੀਂ ਆਉਂਦੀਆਂ ਹੋਣਗੀਆਂ। ਉਹ ਕੀ ਕਰਨਗੇ, YouTube ਦੇਖਣਗੇ, ਗੂਗਲ ਸਰਚ ਕਰਨਗੇ, ਕਿਤਾਬਾਂ 'ਚੋਂ ਲਿਖ ਲਿਖ ਕੇ ਲੈ ਕੇ ਜਾਣਗੇ ਤੇ ਉੱਥੇ ਬਹਿ ਕੇ ਘੋੜੀਆਂ ਗਾਣਗੇ। ਹਾਂ ਸਾਡੇ ਜਿਹੜੇ ਮੇਰੇ ਮਦਰ ਹੈ ਜਾਂ ਮੇਰੇ ਦਾਦੀ ਹੈ, ਉਹਨਾਂ ਨੂੰ ਬਿਠਾ ਦਿਓ ਤਾਂ ਰੇਲ ਲਿਆ ਦਿੰਦੇ ਹੈ ਲੋਕ ਗੀਤਾਂ ਦੀ। ਉਹਨੇ ਸ਼ਾਇਦ ਸਾਨੂੰ ਵੀ ਨਹੀਂ ਆਉਂਦੇ ਹੋਣਗੇ ਜਿੰਨੇ ਉਹਨਾਂ ਨੂੰ ਆਉਂਦੇ। ਘੋੜੀਆਂ ਇੰਝ ਜ਼ਬਰਦਸਤ ਬੋਲਦੇ। ਔਰ ਤੁਸੀਂ ਦੇਖਿਓ ਜਦੋਂ ਵੀ ਵਿਆਹ ਸ਼ਾਦੀ ਹੋਣਗੇ, ਤੁਹਾਡੀ ਜਿਹੜੀਆਂ ਭੂਆ ਹੋਣਗੀਆਂ, ਮਾਸੀਆਂ ਹੋਣਗੀਆਂ, ਦਾਦੀ ਹੋਏਗੀ, ਚਾਚੀ ਹੋਏਗੀ, ਉਹ ਲੋਕ ਇਹਨਾਂ ਨੂੰ ਜ਼ਿਆਦਾ ਬੋਲਣਗੇ। ਜਿਹੜੀ ਹੁਣ ਦੀ ਜਨਰੇਸ਼ਨ ਹੈ ਉਹ ਉਹਨਾਂ ਨੂੰ ਇੰਨੀ ਨਹੀਂ ਆਏਗੀ, ਅਸੀਂ ਬਸ ਸੁਣਦੇ ਹੋਵਾਂਗੇ ਕਿ ਹਾਂ ਵਾਹ ਕਿੰਨਾ ਵਧੀਆ ਗਾਉਂਦੇ ਆ। ਪਰ ਅਸੀਂ ਹੁਣ ਉਹ ਹੈਪਚੁਅਲ 'ਚ ਨਹੀਂ ਹੈ। ਪਹਿਲੇ ਜਿਹੜੀਆਂ ਕੁੜੀਆਂ ਹੁੰਦੀਆਂ ਸੀ ਉਹ ਇਕੱਠੀਆਂ ਹੋ ਕੇ ਘੋੜੀਆਂ, ਸੁਹਾਗ ਗੀਤ, ਉਹਨਾਂ ਦਾ ਮਨ ਪਰਚਾਵਾ ਹੁੰਦਾ ਸੀ, ਉਹਨਾਂ ਨੂੰ ਇਕੱਠੇ ਬੈਠ ਕੇ ਗਾਉਂਦੇ ਹੁੰਦੇ ਸੀ, ਇਸ ਲਈ ਉਹਨਾਂ ਨੂੰ ਆਉਂਦੇ ਸੀ। ਸਾਡਾ ਅੱਜ ਕੱਲ੍ਹ ਮਨ ਪਰਚਾਵਾ ਕੀ ਹੈ, ਹੱਥ 'ਚ ਮੋਬਾਈਲ ਫੜਾ ਦਿਓ, 24 ਘੰਟੇ ਰੂਮ 'ਚ ਤੁਸੀਂ ਇੰਜੋਏ ਕਰੋਗੇ। ਆਪਣੇ ਫਰੈਂਡ ਸਰਕਲ ਨਾਲ ਇੰਨਾ ਇੰਜੋਏ ਨਹੀਂ ਕਰੋਗੇ ਜਿੰਨਾ ਤੁਸੀਂ ਇੱਕ ਰੂਮ 'ਚ ਬਹਿ ਕੇ ਮੋਬਾਈਲ 'ਚ ਇੰਜੋਏ ਕਰੋਗੇ। ਠੀਕ ਹੈ, ਦੂਸਰਾ ਹੈ ਸੁਹਾਗ। ਐਜ਼ ਇਟ ਇਜ਼ ਵਿਆਹ ਵੇਲੇ ਜਦੋਂ ਕੁੜੀ ਦਾ ਵਿਆਹ ਹੁੰਦਾ ਹੈ ਤਾਂ ਉਸ ਸਮੇਂ ਜਿਹੜੇ 5 ਗੀਤ ਗਾਏ ਜਾਂਦੇ ਨੇ ਉਹ ਸੁਹਾਗ ਹੁੰਦੇ। ਹੁਣ ਇਹ 52ਵੇਂ ਕਾਵਿ ਰੂਪ 'ਚ ਦੋਨੋਂ ਆਉਂਦੇ ਹੈ ਕਿਉਂਕਿ ਇਹਨਾਂ 'ਚ ਬਦਲਾਵ ਨਹੀਂ ਕੀਤਾ ਜਾਂਦਾ। ਜੇ ਕੋਈ ਇੱਕ ਕੁੜੀ ਇਸ ਵਿੱਚ ਬਦਲਾਵ ਕਰਦੀ ਹੈ, ਉਸ ਵਿੱਚ ਬਦਲਾਵ ਕਰਕੇ ਉਸਨੂੰ ਹੋਰ ਤੁਕ ਮਿਲਾਉਂਦੀ ਹੈ, ਤਾਂ ਜਿਹੜਾ ਸਮੂਹ ਬੈਠਾ ਹੈ ਉਹ ਇਸ ਦੀ ਪ੍ਰਵਾਨਗੀ ਹੀ ਨਹੀਂ ਦਿੰਦਾ। ਉਹ ਨਾਲ ਹੀ ਕਹਿ ਦੇਗਾ ਨਹੀਂ ਤੂੰ ਗਲਤ ਹੈ, ਇਹ ਲਾਈਨ ਨਹੀਂ ਹੈ, ਇਸ ਦੀ ਅਗਲੀ ਲਾਈਨ ਇਹ ਆ ਜਾਂਦੀ ਹੈ। ਇਹਨਾਂ ਵਿੱਚ ਬਦਲਾਵ ਨਹੀਂ ਹੁੰਦਾ। ਹਾਂ ਸਿਰਫ ਇੱਕ ਲਿਟਲ ਬਿਟ ਬਦਲਾਵ ਹੁੰਦਾ ਜਿੱਥੇ ਅਸੀਂ ਕਿਤੇ ਨਾਮ ਯੂਜ਼ ਕਰਦੇ ਹਾਂ ਜਾਂ ਰਿਸ਼ਤੇਦਾਰੀ ਯੂਜ਼ ਕਰਦੇ ਹਾਂ। ਅਗਲਾ ਜਿਹੜਾ 52ਵਾਂ ਕਾਵਿ ਰੂਪ ਹੈ ਦੋਹੜਾ। ਦੋਹੜਾ ਮੇਨਲੀ ਅਸੀਂ ਕਾਊਂਟ ਕਰਦੇ ਹਾਂ ਦੋਹਰਾ ਛੰਦ। ਇਹ ਜ਼ਿਆਦਾਤਰ ਦੋਹਰਾ ਛੰਦ ਹੀ ਹੁੰਦਾ ਹੈ, ਦੋਹਰਾ ਛੰਦ 'ਚ ਲਿਖਿਆ ਜਾਂਦਾ ਹੈ। ਔਰ ਤੁਹਾਨੂੰ ਇਹ ਵੀ ਪਤਾ ਦੋਹਰਾ ਛੰਦ ਜਿਹੜਾ ਹੈ 2 ਤੁਕਾਂ ਦਾ ਹੁੰਦਾ ਹੈ। ਉਹ ਕੀ ਹੈ, ਦੋਹੜਾ। ਇਹ ਥੋੜਾ ਜਿਹਾ ਟੱਪਿਆਂ ਵਾਂਗ ਹੀ ਆ ਜਾਂਦਾ, ਮਨ ਪਰਚਾਵੇ ਦਾ ਸਾਧਨ ਆ ਜਾਂਦਾ ਹੈ, ਪਰ ਇੱਕ ਛੰਦ ਰੂਪ ਹੋਣ ਦੇ ਕਾਰਨ ਇਸ ਵਿੱਚ ਬਦਲਾਵ ਨਹੀਂ ਕੀਤਾ ਜਾ ਸਕਦਾ ਤੇ 2 ਤੁਕ ਵਿੱਚ ਹੁੰਦਾ। ਡਾਕਟਰ ਨਾਹਰ ਇਹਦੀ ਬਹੁਤ ਸੋਹਣੀ ਡੈਫੀਨੇਸ਼ਨ ਦਿੰਦੇ ਆ, ਉਹ ਐਕਚੁਅਲੀ ਲੰਬੀ ਹੈ, ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂਗੀ। ਜ਼ਿਆਦਾਤਰ ਇਹ ਮਰਦਾਂ ਵਿੱਚ ਪ੍ਰਚਲਿਤ ਹੁੰਦਾ ਹੈ, ਇਹਨੂੰ ਜ਼ਿਆਦਾ ਮਰਦ ਕਹਿੰਦੇ ਨੇ, ਉਹ ਗਾਉਂਦੇ ਨੇ, ਔਰਤਾਂ ਵੀ ਗਾਉਂਦੀਆਂ, ਪਰ ਜ਼ਿਆਦਾਤਰ ਪ੍ਰਚਲਿਤ ਜਿਹੜਾ ਹੈ ਮਰਦਾਂ ਦਾ ਹੈ, ਮਰਦਾਂ ਦਾ ਲੋਕ ਗੀਤ ਆ ਜਾਂਦਾ ਹੈ। ਵੈਸੇ ਮੈਂ ਜਿਹੜੇ ਸਾਡੇ ਬਲਬੀਰ ਸਿੰਘ ਜੀ ਹੈ ਉਹਨਾਂ ਦੇ ਅਕੋਰਡਿੰਗ ਦੱਸ ਰਹੀ ਹਾਂ। ਦੋਹੜਾ ਲੰਮੀ ਧਾਰਨਾ ਵਾਲਾ ਨਿੱਕਾ ਗੀਤ ਰੂਪ ਹੈ। ਲੰਮੀ ਧਾਰਨਾ ਮਤਲਬ ਕਿ ਲੰਮੀ ਗੱਲ ਕਹਿਣਾ, ਪਰ ਥੋੜੇ ਵਿੱਚ ਕਹਿਣਾ, ਗਾਗਰ ਵਿੱਚ ਸਾਗਰ ਭਰਨਾ। ਇੱਕ ਲੰਮਾ ਵਿਸ਼ਾ ਲੈਣਾ, ਇੱਕ ਲੰਬੀ ਫੀਲਿੰਗ ਲੈਣਾ, ਡੂੰਗੀ ਫੀਲਿੰਗ ਲੈਣਾ, ਡੂੰਗੀ ਸੋਚ ਲੈਣਾ, ਔਰ ਉਹ ਸੋਚ ਨੂੰ ਸਿਰਫ 2 ਤੁਕਾਂ 'ਚ ਬਿਆਨ ਕਰਨਾ, ਉਹ ਕੀ ਹੈ, ਦੋਹੜਾ। ਉਹ ਦੋਹੜੇ ਦਾ ਵਿਸ਼ਾ ਆ ਜਾਂਦਾ ਹੈ। ਇੱਕ ਅੱਛੀ ਸੋਚ ਨੂੰ ਜਾਂ ਇੱਕ ਪਿਆਰ ਨੂੰ, ਇੱਕ ਦੁੱਖ ਨੂੰ, ਇੱਕ ਡੂੰਘੇ ਭਾਵਨਾ ਨੂੰ ਲੈ ਕੇ ਉਸਨੂੰ 2 ਤੁਕਾਂ ਦੇ ਵਿੱਚ ਗਾਣਾ, ਉਹ ਦੋਹੜਾ ਹੈ। ਹੁਣ ਡਾਕਟਰ ਨਾਹਰ ਜੋ ਕਹਿੰਦੇ ਨੇ, ਉਹ ਕਹਿੰਦੇ ਨੇ ਦੋਹੜਾ 2 ਸੰਯੁਕਤ ਤੁਕਾਂ, ਮਤਲਬ ਕਿ 2 ਤੁਕਾਂ, ਸੰਪੂਰਨ ਅਰਥ ਇਕਾਈ ਵਾਲਾ, ਜਿਸ ਵਿੱਚ ਪੂਰਾ ਅਰਥ ਹੁੰਦਾ, ਉਹ 2 ਤੁਕਾਂ ਵਿੱਚ ਹੀ ਅਰਥ ਆ ਜਾਂਦਾ ਹੈ। ਨਿਸ਼ਚਿਤ ਛੰਦ ਚਾਲ ਦੋਹਰਾ ਵਿੱਚ ਚੱਲਦਾ, ਉਸਦਾ ਨਿਸ਼ਚਿਤ ਛੰਦ ਹੈ ਦੋਹਰਾ,
ਲੰਮੀ ਧਾਰਨਾ ਵਾਲਾ ਅਜਿਹਾ ਸਰੋਂਦੀ ਗੀਤ ਰੂਪ ਹੈ ਜੋ ਇਕਾਗਰ ਭਾਵ ਨੂੰ ਤੇ ਕਾਵਿਕ ਠਹਿਰਾਓ ਵਿੱਚ ਪੇਸ਼। ਇਕਾਗਰ ਭਾਵ ਮਤਲਬ ਕਿ ਇੱਕੋ ਹੀ ਉਹਦੀ ਭਾਵਨਾ ਹੈ, ਉਸ ਵਿੱਚ ਜਿਹੜੀ ਹੈ ਅਲੱਗ-ਅਲੱਗ ਭਾਵਨਾਵਾਂ ਨਹੀਂ ਆਉਂਦੀ, ਵੱਖਰਤਾ ਨਹੀਂ ਹੈ ਭਾਵਨਾਵਾਂ ਦੀ, ਇੱਕੋ ਹੀ ਭਾਵਨਾ ਜਿਸ ਨੂੰ ਵਰਤ ਰਿਹਾ। ਕਾਵਿਕ ਠਹਿਰਾਓ ਮਤਲਬ ਕਿ ਕਵਿਤਾ ਵਾਲਾ ਉਸਦਾ ਲਹਿਜ਼ਾ ਹੈ। ਇਸ ਵਿੱਚ ਜੀਵਨ ਦੇ ਕਿਸੇ ਵਿਆਪਕ ਸੱਚ ਨੂੰ, ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਬਹੁਤ ਡੂੰਘਾ ਅਰਥ ਹੁੰਦਾ ਇਸ ਵਿੱਚ, ਨੂੰ ਸਰਬ ਸਧਾਰਨ ਸੰਬੋਧ ਵਿਧੀ ਰਹਾ। ਸਰਬ ਸਧਾਰਨ ਮਤਲਬ ਕਿ ਸਾਡੀ ਆਮ ਬੋਲਚਾਲ ਦੇ ਤਰੀਕੇ ਨਾਲ ਇੱਕ ਬਹੁਤ ਵੱਡੀ ਗੱਲ ਨੂੰ ਕਿਹਾ ਜਾਣਾ ਦਾਰਸ਼ਨਿਕ ਲਹਿਜ਼ੇ ਵਿੱਚ ਪੇਸ਼ ਕੀਤਾ ਗਿਆ। ਇਸ ਵਿੱਚ ਪੇਸ਼ ਭਾਵ ਤਣਾਅ ਮੁਕਤ ਹੁੰਦਾ ਹੈ, ਜਿਸ ਦੀ ਅਪੀਲ ਸਰਬਕਾਲੀਨ ਹੁੰਦੀ ਹੈ। ਹੁਣ ਜਿਵੇਂ ਐਗਜ਼ਾਮਪਲ ਉਹਨਾਂ ਨੇ ਦਿੱਤੀ ਹੈ, ਉੱਚਾ ਬੁਰਜ ਲਾਹੌਰ ਦਾ ਖੜੀ ਸੁਕਾਵਾਂ ਕੇਸ ਯਾਰ ਦਿਖਾਈ ਦੇ ਗਿਆ ਕਾਕੇ ਵਰਮਾ ਪੇਸ। ਠੀਕ ਹੈ, ਹੁਣ ਇਹ ਹੋ ਗਿਆ ਦੋੜਾ। ਹੋਪਸ ਤੁਹਾਨੂੰ ਸਮਝ ਆ ਗਈ ਹੋਏਗੀ। ਅਗਲਾ ਹੈ ਵਾਰ। ਵਾਰ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਸੀ, ਨਾਦਰ ਸ਼ਾਹ ਦੀ ਵਾਰ ਵੀ ਸਿਲੇਬਸ ਵਿੱਚ ਕਰ ਰਿਹਾ, ਨਜ਼ਾਬਤ ਦੀ ਵਾਰ ਕਰ ਰਿਹਾ, ਸ਼ਾਹ ਮੁਹੰਮਦ ਦੀ ਵਾਰ ਕਰ ਰਿਹਾ, ਗੁਰੂ ਨਾਨਕ ਦੇਵ ਜੀ ਦੀਆਂ ਵਾਰਾਂ, ਗੁਰੂ ਅਮਰਦਾਸ ਜੀ ਦੀਆਂ, ਗੁਰੂ ਰਾਮਦਾਸ ਜੀ ਦੀਆਂ ਵਾਰਾਂ ਅਸੀਂ ਸਾਰੇ ਵਾਰ ਕਾਵਿ ਵਿੱਚ ਲੈ ਰਹੇ ਹਾਂ। ਵਾਰ ਕਾਵਿ ਲਈ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਇਸ ਦਾ ਜਿਹੜਾ ਛੰਦ ਹੈ ਉਹ ਹੈ ਪੌੜੀ ਛੰਦ। ਇਹ ਚੀਜ਼ ਯਾਦ ਰੱਖਿਓ, ਵਾਰ ਹਮੇਸ਼ਾ ਪੌੜੀ ਛੰਦ ਵਿੱਚ ਹੀ ਹੋਏਗੀ। ਦੂਜੀ ਚੀਜ਼, ਇਸ ਵਿੱਚ ਇਤਿਹਾਸ ਤੇ ਮਿਥਿਹਾਸ ਦੋਨੋਂ ਹੀ ਹੋ ਸਕਦੇ ਹੈ। ਇਸ ਵਿੱਚ ਇਤਿਹਾਸਿਕ ਨਾਇਕ ਵੀ ਹੈ ਤੇ ਮਿਥਿਹਾਸਿਕ ਨਾਇਕ ਵੀ ਹੈ। ਔਰ ਇਸ ਤੋਂ ਬਾਅਦ ਅਗਲਾ ਪੁਆਇੰਟ ਹੈ ਕਿ ਇਸ ਵਿੱਚ ਨਾਇਕ ਦੀ ਉਸਤਤ ਹੁੰਦੀ ਹੈ, ਨਾਇਕ ਦੀ ਵਡਿਆਈ ਹੁੰਦੀ ਹੈ, ਨਾਇਕ ਦੀ ਤਾਰੀਫ ਹੁੰਦੀ ਹੈ, ਨਾਇਕ ਦੀ ਸ਼ਲਾਘਾ ਹੁੰਦੀ ਹੈ। ਨਾਇਕ ਨੂੰ ਮੇਨ ਪ੍ਰਾਇੋਰਟੀ ਦਿੱਤੀ ਜਾਂਦੀ ਹੈ ਕਿ ਜੋ ਨਾਇਕ ਹੈ ਉਹੀ ਖਾਸ ਹੈ। ਠੀਕ ਹੈ, ਇਹ ਹੁੰਦੀ ਹੈ ਵਾਰ। ਬਾਕੀ ਇਹਨਾਂ ਦੇ ਅਕੋਰਡਿੰਗ ਮੈਂ ਦੱਸਦੀ ਹਾਂ ਕੀ ਕਹਿੰਦੇ ਨੇ। ਵਾਰ ਲੋਕ ਕਾਵਿ ਦਾ ਇੱਕ ਪ੍ਰਤੀਨਿਧ ਰੂਪ ਹੈ। ਇਸ ਲੋਕ ਕਾਵਿ ਸ਼ੈਲੀ ਨੇ ਮੱਧਕਾਲੀਨ, ਹੁਣ ਇਹ ਮੱਧਕਾਲੀਨ ਸਮੇਂ ਵਿੱਚ ਜਿਹੜਾ ਹੈ ਸਭ ਤੋਂ ਵੱਧ ਮਸ਼ਹੂਰ ਹੋਈ ਹੈ। ਮੱਧਕਾਲੀਨ ਬਾਕੀ ਜਦੋਂ ਵੀ ਵਾਰ ਕਾਵਿ ਨਾਲ ਰਿਲੇਟਡ ਕੋਈ ਵੀ ਕੁਐਸਚਨ ਆ ਜਾਏ, ਜਾਂ ਸਪੋਜ਼ ਕਰੋ ਕੁਐਸਚਨ ਆ ਜਾਂਦਾ ਕਿ ਨਜਾਬਤ ਕਿਸ ਕਾਲ ਦੇ ਕਵੀ ਹਨ, ਮੱਧਕਾਲੀਨ। ਵਾਰ ਨਾਲ ਰਿਲੇਟਡ ਮਤਲਬ ਕਿ ਮੱਧਕਾਲੀਨ। ਮੱਧਕਾਲੀਨ ਪੰਜਾਬੀ ਕਵੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇਸ ਵਿੱਚ ਕਿਸੇ ਇਤਿਹਾਸਿਕ ਮਿਥਿਹਾਸਿਕ ਨਾਇਕ ਦੀ ਸਿਫਤ ਹੁੰਦੀ ਹੈ। ਇਹ ਪੌੜੀ ਛੰਦ ਵਿੱਚ ਲਿਖਿਆ ਜਾਂਦਾ ਹੈ। ਵਾਰ ਵਿੱਚ ਸਥਾਨਕ ਰੰਗਨ ਹੁੰਦੀ ਹੈ। ਸਥਾਨਕ ਰੰਗਨ ਹੁੰਦੀ ਹੈ ਕਿ ਉਸ ਵਾਤਾਵਰਣ ਬਾਰੇ ਖੁੱਲ ਕੇ ਗੱਲ ਕੀਤੀ ਜਾਂਦੀ ਹੈ ਕਿ ਵਾਤਾਵਰਣ ਕਿਸ ਤਰ੍ਹਾਂ ਦਾ ਹੈ। ਉਸ ਤੋਂ ਬਾਅਦ ਸਮਾਜਿਕ, ਆਰਥਿਕ ਤੇ ਰਾਜਨੀਤਿਕ ਹਾਲਾਤ ਇਸ ਵਿੱਚ ਆਉਂਦੇ ਹਨ। ਹਾਂ, ਹੁਣ ਜਿਹੜੇ ਵਾਰ ਗਾਉਂਦੇ ਨੇ ਇਹ ਡਾਡੀ ਗਾਉਂਦੇ ਨੇ, ਡਾਂਡੀ। ਇਹ ਕੀ ਹੈ, ਇਹਨਾਂ ਤੋਂ ਪੀੜੀ ਦਰ ਪੀੜੀ ਉਚਾਰੀ ਜਾਂਦੀ ਹੈ। ਮੌਖਿਕ ਰੂਪ ਵਿੱਚ ਇਹ ਅੱਗੇ ਵੱਧਦੀ ਹੈ। ਕਿਸ ਰੂਪ ਵਿੱਚ ਅੱਗੇ ਵੱਧਦੀ ਹੈ? ਮੌਖਿਕ ਰੂਪ ਵਿੱਚ। ਠੀਕ ਹੈ, ਉਸ ਤੋਂ ਬਾਅਦ ਅਗਲਾ ਜਿਹੜਾ ਸਾਡੇ ਕੋਲ ਆ ਜਾਂਦਾ ਹੈ ਉਹ ਹੈ ਲੋਕ ਗਾਥਾ। ਗਾਥਾ ਸ਼ਬਦ ਨੂੰ ਅਸੀਂ ਕੀ ਲਵਾਂਗੇ? ਕਹਾਣੀ। ਲੋਕ ਗਾਥਾ ਕੀ ਹੈ? ਕਹਾਣੀ। ਇਹ ਬਿਰਤਾਂਤ ਕਾਵਿ ਵੀ ਨੂੰ ਅਸੀਂ ਕਹਿ ਸਕਦੇ ਹਾਂ, ਬਾਕੀ ਜਿਸ ਕਾਵਿ ਨੂੰ ਬਿਰਤਾਂਤਕ ਰੂਪ ਵਿੱਚ ਪੇਸ਼ ਕੀਤਾ ਜਾਵੇ, ਬਿਰਤਾਂਤ ਦੁਆਰਾ ਪੇਸ਼ ਕੀਤਾ ਜਾਵੇ। ਹੁਣ ਇਸ ਵਿੱਚ ਘਟਨਾਵਾਂ ਹੁੰਦੀਆਂ, ਚਿੱਤਰਨ ਹੁੰਦੇ ਆ, ਪਾਤਰ ਬਾਰੇ ਹੁੰਦਾ ਹੈ, ਤੇ ਪ੍ਰੇਮ ਕਹਾਣੀਆਂ ਵੀ ਆ ਜਾਂਦੀਆਂ, ਰਾਂਝਾ, ਸੋਹਣੀ ਮਹੀਵਾਲ, ਸੱਸੀ ਪੰਨੂ, ਪੂਰਨ ਭਗਤ ਦੀ ਕਥਾ ਵੀ ਵਿੱਚ ਆ ਜਾਂਦੀ ਹੈ। ਸਾਡੀਆਂ ਨੈਤਿਕ ਕਥਾਵਾਂ ਵੀ ਆ ਜਾਂਦੀਆਂ ਨੇ, ਪੰਛੀਆਂ ਨਾਲ ਸੰਬੰਧਿਤ ਕਥਾਵਾਂ ਵੀ ਆ ਜਾਂਦੀਆਂ। ਉਹ ਸਭ ਕੀ ਹੈ? ਲੋਕ ਗਾਥਾ ਦਾ ਰੂਪ ਹੈ। ਪੰਚਤੰਤਰ ਦੀਆਂ ਕਹਾਣੀਆਂ ਆ ਜਾਂਦੀਆਂ ਹੈ, ਅਲਫ ਲੈਲਾ ਦੀਆਂ ਕਹਾਣੀਆਂ ਆ ਜਾਂਦੀਆਂ ਹੈ। ਅਲਫ ਲੈਲਾ ਸ਼ਬਦ ਦਾ ਕੀ ਅਰਥ ਹੈ ਕਮੈਂਟ ਵਿੱਚ ਜ਼ਰੂਰ ਦੱਸਣਾ। ਫਿਰ ਅਗਲੀ ਵੀਡੀਓ 'ਚ ਤੁਹਾਨੂੰ ਮੈਂ ਜ਼ਰੂਰ ਦੱਸਾਂਗੀ ਅਲਫ ਲੈਲਾ ਦਾ ਕੀ ਅਰਥ ਹੈ। ਇੱਕ ਲੇਡੀ ਸੰਗੀਤ ਦੀ ਪੰਜਾਬੀ 2 ਕੁਐਸਚਨ ਤੁਹਾਨੂੰ ਪੁੱਛ ਰਹੀ ਹਾਂ, ਇਹਨਾਂ ਦੇ ਅਰਥ ਜ਼ਰੂਰ ਦੱਸਿਓ। ਉਹ ਆ ਜਾਂਦੇ ਹੈ ਲੋਕ ਗਾਥਾ। ਅਗਲਾ ਸਾਡਾ ਆ ਰਿਹਾ ਹੈ 12ਵਾਂ। 12 ਮਾਹ 2 ਸ਼ਬਦ ਨੇ, ਮਾਹ ਮੈਨੇ ਮਹੀਨਾ ਤੇ 12 ਮੈਨੇ 12 ਮਹੀਨਿਆਂ ਦੀ ਗੱਲ। ਬੁੱਲੇ ਸ਼ਾਹ ਨੇ ਵੀ 12 ਮਾਹ ਲਿਖੇ, ਗੁਰੂ ਨਾਨਕ ਦੇਵ ਜੀ ਨੇ ਵੀ 12 ਮਾਹ ਲਿਖਿਆ, ਸਾਡੇ ਗੁਰੂ ਅਰਜਨ ਦੇਵ ਜੀ ਨੇ ਵੀ 12 ਮਾਹ ਲਿਖਿਆ ਹੋਇਆ। ਹੁਣ ਜਿਹੜਾ 12 ਮਾਹ ਹੈ ਇਹ 12 ਮਹੀਨਿਆਂ ਬਾਰੇ ਦੱਸਿਆ ਜਾਂਦਾ ਹੈ। 12 ਮਹੀਨਿਆਂ ਨੂੰ ਉਸ ਦੇ ਨਾਲ ਜੋੜਿਆ ਜਾਂਦਾ ਕਿ ਹਾਂਜੀ ਕਿ ਇਸ ਮਹੀਨੇ ਕੀ ਹੁੰਦਾ, ਚਾਹੇ ਉਹ ਪ੍ਰੇਮ ਰੰਗਨ ਵਿੱਚ ਹੈ, ਚਾਹੇ ਉਹ ਕੁਦਰਤ ਰੰਗਨ ਵਿੱਚ ਹੈ, ਚਾਹੇ ਉਹ ਪਰਮਾਤਮਾ ਦੀ ਭਗਤੀ ਦੇ ਨਾਲ ਰਿਲੇਟਡ ਹੈ। ਠੀਕ ਹੈ, ਮਤਲਬ 12 ਮਹੀਨਿਆਂ ਨੂੰ ਕਿਸੇ ਵੀ ਵਿਸ਼ੇ ਦੇ ਨਾਲ ਲੈ ਕੇ ਉਸਨੂੰ ਐਕਸਪਲੇਨ ਕਰਨਾ। ਪਰ ਜ਼ਿਆਦਾਤਰ ਕਵੀ ਪ੍ਰੇਮੀ ਤੇ ਵੀ ਲਿਖਦੇ ਨੇ, ਪਰਮਾਤਮਾ ਤੇ ਵੀ ਲਿਖਦੇ ਨੇ, ਤੇ ਕੁਦਰਤ ਤੇ ਵੀ ਲਿਖਦੇ ਨੇ। ਹੁਣ 12 ਮਹੀਨਿਆਂ ਦੀ ਗੱਲ ਹੋ ਗਈ। 12 ਮਹੀਨੇ ਦੇ ਨਾਲ ਇੱਕ ਸਤਵਾਰਾ ਵੀ ਆਉਂਦਾ, ਇਹ ਵੀ 22ਵੇਂ ਕਾਵਿ ਰੂਪ ਦਾ ਰੂਪ ਹੈ। ਸਤਵਾਰਾ ਕੀ ਹੈ? ਹਫਤੇ ਦੇ 7 ਦਿਨਾਂ ਨੂੰ ਲੈ ਕੇ, ਕਈ ਇਸ ਨੂੰ ਅਠਵਾਰਾ ਵੀ ਕਹਿੰਦੇ ਨੇ, ਕਈ ਲੇਖ ਕਵੀਆਂ ਨੇ ਅਠਵਾਰਾ ਵੀ ਲਿਖਿਆ ਹੋਇਆ। ਹੁਣ ਅਠਵਾਰਾ ਤੇ ਸਤਵਾਰਾ ਦੋਨੋਂ ਸੇਮ ਹੈ, ਹਫਤੇ ਦੇ ਦਿਨਾਂ ਨੂੰ
लैके किता होया। उस तो अगली जिहड़ा आंदा है थित्ती। थित्ती की हुंदा है मस्सिया ते पूरनमाशी नूं याद रखियो। थित्तियां साड़ियां जिहड़ियां तरीकां हुंदियां 15 दिनां दियां थित्तियां मन्नियां जांदियां। न्यूज़पेपर देखोगे पंजाबी दा हिंदी दा और आएगा पंचमी छठवीं वो थित्तियां होंदियां कि 15 दिनां दा जिहड़ी ओह काउंट हुंदी है। हुण ओह 15 दिन की हुंदे पूरनमाशी ते मस्सिया दे विच जिहड़े 15 दिन आंदे आ ਉਹਨਾਂ ਨੂੰ ਲੈ ਕੇ ਜਿਹੜੀ ਰਚਨਾ ਕੀਤੀ ਜਾਂਦੀ ਹੈ ਉਹ ਹੈ ਥਿੱਤੀ। ਗੁਰੂ ਨਾਨਕ ਦੇਵ ਜੀ ਨੇ ਵੀ ਥਿੱਤੀ ਦੀ ਰਚਨਾ ਕੀਤੀ ਹੋਈ ਹੈ ਜਿਹਦੇ ਵਿੱਚ ਚੰਦਰਮਾ ਦੇ ਘਟਣ ਤੇ ਵਧਣ ਬਾਰੇ ਗੱਲ ਕੀਤੀ ਹੋਈ ਹੈ। ਹੁਣ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸਾਡੇ ਬਜਵੇਂ ਕਾਵ ਰੂਪ ਆ ਜਾਂਦੇ ਜਿਹੜੇ ਸਿਰਫ ਮੈਂ ਵਰਬਲੀ ਤੁਹਾਨੂੰ ਦੱਸ ਰਹੀ ਹਾਂ ਕਿਉਂਕਿ ਉਹ ਤੁਹਾਨੂੰ ਸਾਰਿਆਂ ਨੂੰ ਆਉਂਦੇ। ਇਹਦੇ ਵਿੱਚ ਮੁਹਾਵਰੇ ਵੀ ਬਜਵੇਂ ਕਾਵ ਰੂਪ ਚ ਆ ਜਾਂਦੇ ਆ, ਟੋਟਕੇ ਆ ਜਾਂਦੇ ਹੈ, ਅਖਾਣ ਆ ਜਾਂਦੇ ਹੈ। ਇਹ ਸਾਰੇ ਕੀ ਹੈ ਬਜਵੇਂ ਕਾਵ ਰੂਪ ਦਾ बजवें काव रूप जिहड़े है इस विच आ रहे हैं। ठीक है हाँ जी। हुण एक इंपॉर्टेंट इन्फॉर्मेशन मैं देनी सी UGC नैट दी कल तो जिहड़ी है स्टार्ट हो रही है रजिस्ट्रेशन ते जिहड़े कैंडीडेट MA पंजाबी विच 55% मार्क्स लै चुके हुए ने जां जिन्हां दे 55% तो उपर मार्क्स ने ਉਹ UGC नैट ਦਾ पेपर अपना अप्लाई कर सकते हैं। और दूसरी गल जिहड़े कैटागरी वाले आ जाते हैं रिजर्वेशन कैटागरी वाले आ जाते हैं वो 50% तो अबव मार्क्स वाले, जरनल वाले 55% तो अबव ते कैटागरी वाले 50% तो अबव वाले जिहड़े UGC ਲਈ अप्लाई कर सकते हैं। तो UGC ਦੀਆਂ ਜਿਹੜੀਆਂ मैं ऑनलाइन क्लासेस स्टार्ट कर रही दोनों ही पेपर्स ਦੀਆਂ नॉट ए सिंगल पेपर की पंजाबी पेपर होएगा, दूसरा पेपर भी ਜਿਹੜਾ ਤੁਹਾਡਾ ਉਹ ਵੀ ਅਸੀਂ ਕਰਵਾਵਾਂਗੇ। ਉਹ क्लासेस मैं 20 ਫੈਬ ਮਤਲਬ 20 ਫੈਬ ਤੋਂ ਸਟਾਰਟ ਕਰ ਰਹੀ ਹਾਂ। 20 ਤੋਂ 28 ਫੈਬ ਦੇ ਵਿੱਚ ਜਿਹੜੇ ਮੈਂ ਸਟੂਡੈਂਟਸ ਨੇ ਉਹਨਾਂ ਨੂੰ ਲਵਾਂਗੀ। ਮਤਲਬ 20 ਫੈਬ ਤੋਂ ਪਹਿਲਾਂ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। 20 ਫੈਬ ਤੋਂ ਕਲਾਸਿਸ ਸਟਾਰਟ ਹੋ ਜਾਣਗੀਆਂ। ਬੱਚੇ ਲੇਟ ਵੀ ਆਉਂਦੇ ਹੈ। 28 ਫੈਬ ਤੱਕ ਮੈਂ ਹੋਰ ਬੱਚਿਆਂ ਨੂੰ ਐਡ ਕਰ ਸਕਦੀ ਹਾਂ। 28 ਫੈਬ ਤੋਂ ਬਾਅਦ ਮੈਂ ਕਿਸੇ ਬੱਚੇ ਨੂੰ ਨਹੀਂ ਐਡ ਕਰਾਂਗੀ ਕਿਉਂਕਿ ਮੇਰੇ ਲਈ ਸਿਲੇਬਸ ਕਵਰ ਕਰਵਾਉਣਾ ਮੁਸ਼ਕਿਲ ਹੋ ਜਾਏਗਾ ਕਿਉਂਕਿ ਇੱਕ ਪੇਪਰ ਨਹੀਂ ਹੈ 2 ਪੇਪਰ ਹੈ। ਔਰ ਮਾਰਚ ਔਰ ਅਪ੍ਰੈਲ ਆਪਾਂ ਸਿਲੇਬਸ ਲਈ ਕੰਸੀਡਰ ਕਰਾਂਗੇ। एग्जाम ਤੁਹਾਡਾ ਮਈ ਵਿੱਚ ਤੁਸੀਂ 5 ਤਰੀਕ ਤੋਂ ਲੈ ਕੇ 17 ਮਈ ਤੱਕ ਕਿਸੇ ਵੀ ਦਿਨ ਤੁਹਾਡਾ ਪੇਪਰ ਜਿਹੜਾ ਹੈ ਆ ਸਕਦਾ ਕਿਉਂਕਿ ਉਹਨਾਂ ਨੇ ਹਾਲੇ ਪੇਪਰ ਦਾ ਨਹੀਂ ਦੱਸਿਆ ਕਿ ਕਿਹੜਾ ਪੇਪਰ ਕਿਹੜੇ ਦਿਨ ਹੈ। 5 ਮਈ ਤੋਂ 17 ਮਈ ਦੇ ਵਿੱਚ ਤੇ ਰਿਵੀਜ਼ਨ ਵੀ ਜਿਹੜੀ ਹੈ ਤੁਹਾਡੀ ਪ੍ਰੋਪਰ ਵੇ ਨਾਲ ਕਰਾਈ ਜਾਏਗੀ। ਜੋ ਵੀ ਸਟੂਡੈਂਟ UGC ਦਾ ਪੇਪਰ ਦੇਣਾ ਚਾਹੁੰਦੇ ਨੇ ਪਲੀਜ਼ ਜਲਦੀ ਤੋਂ ਜਲਦੀ ਮੈਨੂੰ WhatsApp ਮੈਸੇਜ ਕਰ ਦਿਓ। ਨੰਬਰ ਮੇਰਾ ਤੁਹਾਡੇ ਕੋਲ ਹੈ 7717639393। बहुत अच्छी तरह क्योंकि मैं खुद UGC 2 बार क्लीयर किया होया तो जेडे भी स्टूडेंट चाहते हैं प्लीज़ कॉन्टैक्ट करन। हाँ बाकी जेडे तुहाडे जेड़ा दूसरा पेपर है वो आंदा जरूर है बट टेक्नीक्स इन्नियां मैनू नहीं पता। ਉਹਦੇ ਲਈ ਤੁਹਾਡੇ ਕੋਲ ਹੋਰ ਟੀਚਰਸ ਹੋਣਗੇ ਪਾਰਟਿਕੂਲਰ ਇੰਗਲਿਸ਼ ਸਬਜੈਕਟ ਵਾਲੇ ਟੀਚਰ ਹੋਣਗੇ ਔਰ ਪਾਰਟਿਕੂਲਰ ਜਿਹੜੇ ਐਪਟੀਟਿਊਡ ਤੇ ਮੈਥ ਹੈ ਉਹਨਾਂ ਦੇ ਲਈ ਅਲੱਗ ਟੀਚਰਸ ਹੋਣਗੇ ਤੇ ਉਹ ਅਲੱਗ ਟੀਚਰਸ ਤੁਹਾਨੂੰ ਕਲਾਸਿਸ ਤੁਹਾਡੀਆਂ ਕਵਰ ਕਰਾਂਗੇ। ਤਾਂ ਜਲਦੀ ਤੋਂ ਜਲਦੀ ਤੁਸੀਂ ਮੈਨੂੰ ਕੰਟੈਕਟ ਕਰੋ। थैंक यू हैव ए नाइस डे। तो हाँ सच एक चीज़ होर डिस्क्रिप्शन दे विच मैं UGC दी एक वीडियो डिस्क्रिप्शन च पा रही हाँ जिथों बिल्कुल तुहानू लाएबल जिहड़ी है मिलेगी नॉलेज मिलेगी कि पेपर दी अप्लाई कदों करते हैं, किस साइट तो अप्लाई होना है, कितनी फीस होएगी, पेपर कदों कंडक्ट होएगा, उसका सिलेबस की होएगा। बाकी एक वीडियो मैं सिलेबस के नाल रिलेटेड भी जरूर पावांगी बना के ਤਾਂ ਤੁਸੀਂ ਉਹ ਵੀਡੀਓ ਜਿਹੜਾ ਡਿਸਕ੍ਰਿਪਸ਼ਨ ਤੋਂ ਵੀਡੀਓ ਦੇਖ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ UGC ਦੀ ਟੋਟਲ ਫੁੱਲੀ ਜਿਹੜੀ ਹੈ ਡਿਟੇਲ ਮਿਲ ਜਾਏਗੀ। ਠੀਕ ਹੈ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ। ਖੁਸ਼ ਰਹੋ, ਸਿਹਤਮੰਦ ਰਹੋ।